कटिया। सजन सच्चा पातशाहो सिर शाहां दा शाहो। जिस पास बैठिया सोही है सबना दा वेसाहो। सतनाम श्री वाहिगुरु साहिब जीओ। जिया मार जिवालै सोई अबर न कोई रखै। दानो तैश नानो वंजे पस भई सिर कुथै। जिया मार जिवालै सोई अबर न कोई रखै। दानो तेश नानो वंजे पस भई सिर खुथै। पानी बिचो रत्ने उपन्ने मेर किया माधानी। 68 तीरथ देवी थापे पुरबी लगै बाणी। नाए निवाजा नाए नातै पूजा नावन सदा सुजानी। मोया जीवन गत होवे जा सिर पाइए पानी। नानक सिर कुथे शैतानी इना गल न पाणी। नानक सिर कुथे शैतानी इना गल न पाणी। वाहिगुरु। ये पवित्र वचन पहले पातशाह धन धन साहब श्री गुरु नानक देव महाराज जी का उचारण किया होया, जिस दे कुछ पदे आपां कल सरवण कीते सी। जदों मुनाफक देश दे विच धन गुरु नानक देव महाराज जी का एक जैनियां दे गुरु नाल मिलाप होया। नगर निवासियों नूं पानी की दात बख्शी। उत्थे काल पिया सी, औड़ लगी सी। सतगुरां ने उन्हां दी बेनती मन के उत्थे काल खत्म कर दिता। औड़ खत्म हो गई, मींह पैण लग पिया, खुशी हुई। सारे नगर निवासियों नूं जिथे ये दात बख्शी उत्थे नाम की दात भी दिती। परमेश्वर के बारे भी जानकारी दी। करतार की है, कुदरत की है, ये बारे प्रैक्टिकल करके विखाया उन्होंने। कुदरत चाहे, करतार चाहे तो अंगियारां उत्ते भी फसल हो सकती है। तो इन्हां दा पहला गुरु सी एक जैनी। वो इलाका सारा ही जैनियां नूं मनण वाला सी। राजा भी जैनियां नूं मनदा सी, जनता भी जैनियां नूं मनदी सी। पर जदों पातशाह जी ने ऐसी कृपा की तो उस समेत राजा सारी जनता गुरु नानक देव जी कोल आ गए। सतगुरां ने उन्होंने फिर जिथे ज्ञान दिता उत्थे ही जो जैनियां अंदर ऊणताइयां सन, बई ना ये नहाउंदे है, ना ही कोई सत्संग करन जाते हैं किते बैठ के, ना ये कोई दान पुण्य नूं मनदे आ, ना तीर्थां ते जाते हैं, ना ये हिंदू मत नूं मनदे आ, ना ये मुसलमान मत नूं मनदे आ, ना ये काजी, ना ये मुल्ला, ना ये काजियां मुलाणियां दी कैटागरी च आउंदे है, ते ना ही ना वो जोगी, ना वो जंगम शिव जी दे चेले हुंदे आ। ते जोगी मान लो, चलो हिंदू मत मान लो, तो काजी मुल्ला मुसलमान मत है। इस तरह ये दोनों ही कैटागरियां तो बाहर हन। मानो रब दे फटकारे हुए आ। दया बिगुते, दया बिगोए फिरै बिगुते। रब दे झिड़के हुए लगते हैं, रब दे फटकारे हुए लगते हैं।
ਫਿੱਟਾ ਵੱਟਾ ਗੱਲਾਂ, ਇਹਨਾਂ ਦੀਆਂ ਗੱਲਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ, ਠੀਕ ਨਹੀਂ ਲੱਗਦੀਆਂ। ਤਾਂ ਇਸ ਤਰ੍ਹਾਂ ਨਗਰ ਨਿਵਾਸੀਆਂ ਨੂੰ ਜੋ ਗਿਆਨ ਦਿੱਤਾ ਸਤਿਗੁਰਾਂ ਨੇ ਉੱਥੇ, ਉਸ ਤੋਂ ਬਾਅਦ ਫਿਰ ਸਤਿਗੁਰਾਂ ਨੇ ਪਾਣੀ ਦੀ ਅਹਿਮੀਅਤ ਦੱਸੀ। ਪਾਣੀ ਬਾਰੇ ਦੱਸਿਆ ਵੀ ਪਾਣੀ ਕੀ ਚੀਜ਼ ਆ। ਇਹ ਪਾਣੀ ਦੇ ਨੇੜੇ ਨਹੀਂ ਜਾਂਦੇ, ਪਾਣੀ ਤੋਂ ਸੰਗਦੇ ਆ। ਪਾਣੀ ਦੇਖ ਸੰਗਾਹੀ, ਇਹਨਾਂ ਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਸਾਇੰਟੀਫਿਕ ਨਹੀਂ ਹੈ, ਭਾਵ ਕੁਦਰਤ ਮੁਤਾਬਕ ਨਹੀਂ ਹੈ, ਕਰਤੇ ਮੁਤਾਬਕ ਨਹੀਂ ਹੈ, ਇਹ ਮਨਮਤ ਤੇ ਉਤਰੇ ਹੋਏ ਆ। ਇਸ ਤਰ੍ਹਾਂ ਭਾਈ ਮਰਦਾਨਾ ਜੀ ਨੇ ਤੇ ਉਸ ਬੈਠੀ ਰਾਜੇ ਦੀ ਜਨਤਾ ਨੇ, ਰਾਜੇ ਨੇ ਸਵਾਲ ਕੀਤਾ ਸੀ, ਪਾਤਸ਼ਾਹ ਜੀ ਨੇ ਉਹਦਾ ਜਵਾਬ ਦਿੱਤਾ। ਜੈਨੀਆਂ ਦਾ ਰੀਤੀ ਰਿਵਾਜ ਵੀ ਪਾਤਸ਼ਾਹ ਨੇ ਸ਼ਬਦ ਵਿੱਚ ਲਿਖ ਦਿੱਤਾ। ਕੱਲ੍ਹ ਆਪਾਂ ਸਰਵਣ ਕੀਤਾ ਵੀ ਕਿਸ ਤਰ੍ਹਾਂ ਇਹ ਜਦੋਂ ਜੈਨ ਮਤ ਵਿੱਚ ਪ੍ਰਵੇਸ਼ ਕਰਦੇ ਆ, ਆਪਣੇ ਸਿਰ ਦੇ ਵਾਲ ਪਟਾਉਂਦੇ ਆ, ਫਿਰ ਮੂੰਹ 'ਤੇ ਪੱਟੀ ਬੰਨ੍ਹ ਲੈਂਦੇ ਆ ਔਰ ਨੰਗੇ ਪੈਰੀ ਚੱਲਦੇ ਆ। ਔਰ ਅਸੀਂ ਵੀ ਡਾਲੀ ਲੈਣ ਜਾਂਦੇ ਆ, ਸਾਡੇ ਮੱਤ ਵਿੱਚ ਵੀ ਡਾਲੀ ਲੈ ਕੇ ਆਉਂਦੇ ਆ ਲੋਕ। ਪਰ ਇਹ ਜਦੋਂ ਡਾਲੀ ਕਰਦੇ ਆ, ਇਹ ਰੋਟੀ ਸਾਬਤੀ ਲੈਂਦੇ, ਬੁਰਕੀਆਂ ਲੈਂਦੇ। ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਬਿਆਨ ਕੀਤੇ ਸਨ। ਅੱਗੇ ਹੁਣ ਪਾਤਸ਼ਾਹ ਪਾਣੀ ਦੀ ਅਹਿਮੀਅਤ, ਪਾਣੀ ਬਾਰੇ ਦੱਸਦੇ ਹੈ। ਪਾਤਸ਼ਾਹ ਨੇ ਸ਼ਲੋਕ ਵਿੱਚ ਕਿਹਾ ਨਾ, ਪਵਨ ਗੁਰੂ ਪਾਣੀ ਪਿਤਾ, ਇਹ ਕੋਈ ਛੋਟੀ ਜਿਹੀ ਗੱਲ ਨਹੀਂ। ਜਦੋਂ ਸ਼ਬਦ ਦਾ ਵਿਸਥਾਰ ਕਰਾਂਗੇ ਤੇ ਤੁਸੀਂ ਇਹ ਸਮਝੋਗੇ ਵੀ ਵਾਕਿਆ ਪਾਣੀ ਤਾਂ ਪਿਓ ਤੋਂ ਵੀ ਉੱਤੇ ਹੈ। ਇੱਕ ਸੰਸਾਰੀ ਪਿਓ ਹੈ ਸਾਡਾ, ਜਿਹਨੇ ਜਨਮ ਦਿੱਤਾ, ਔਰ ਉਸ ਤੋਂ ਵੀ ਉੱਤੇ ਪਾਣੀ ਪਿਓ ਹੈ। ਜਿਵੇਂ ਮਾਤਾ ਧਰਤ ਮਹੱਤ, ਇੱਕ ਉਹ ਮਾਂ ਜਿਹਨੇ ਸਾਨੂੰ ਜਨਮ ਦਿੱਤਾ, ਤੇ ਇੱਕ ਧਰਤੀ ਹੈ, ਇਹ ਵੱਡੀ ਮਾਂ ਹੈ, ਉਹ ਛੋਟੀ ਮਾਂ ਹੈ। ਜਿਵੇਂ ਧਰਤੀ ਵੱਡੀ ਮਾਂ ਹੈ, ਇਵੇਂ ਪਾਣੀ ਮਾਨੋ ਵੱਡਾ ਪਿਓ ਹੈ। ਤੇ ਪਾਤਸ਼ਾਹ ਇਸ ਪਾਣੀ ਦੇ ਪਰਥਾਏ ਅੱਗੇ ਫਿਰ ਕੀ ਦੱਸਦੇ ਆ, ਆਓ ਸਰਵਣ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਤੇ ਦਾਸਤੀਆਂ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਾ ਹੋਏ ਜੋਗੀ, ਨਾ ਹੋਏ ਜੰਗਮ, ਨਾ ਹੋਏ ਕਾਜੀ ਮੁੱਲਾ, ਦਇਆ ਵਿਗੋਏ ਫਿਰੈ ਵਿਗੁੱਟੇ, ਫਿੱਟਾ ਵੱਟੈ ਗੱਲਾਂ, ਜੀਆਂ ਮਾਰ ਜਿਵਾਲੈ ਸੋਈ, ਅਵਰ ਨ ਕੋਈ ਰੱਖੈ, ਦਾਨੋ ਤੇ ਇਸ਼ਨਾਨੋ ਵੰਜੇ, ਭਸ ਭਈ ਸਿਰ ਘੁੱਥੈ, ਪਾਣੀ ਵਿੱਚੋਂ ਰਤਨੀ ਉਪੰਨੈ, ਮੇਰ ਕੀਆ ਮਾਧਾਣੀ, 68 ਤੀਰਥ ਦੇਵੀ ਥਾਪੇ, ਪੁਰਬੀ ਲੱਗੈ ਬਾਣੀ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਉਸ ਵੇਲੇ ਭਾਈ ਮਰਦਾਨੇ ਨੂੰ ਸੰਬੋਧਨ ਕਰਕੇ, ਮੁਨਾਫਕ ਦੇਸ਼ ਦੀਆਂ ਸੰਗਤਾਂ ਨੂੰ ਸੰਬੋਧਨ ਕਰਕੇ ਕਹਿੰਦੇ, ਸਿੱਖੋ ਇਹਨਾਂ ਦੀਆਂ ਇਹ ਟੇਢੀਆਂ ਗੱਲਾਂ ਭਾਵ ਸਹੀ ਨਹੀਂ, ਗਲਤ ਹਨ। ਨਾ ਇਹ ਜੋਗੀਆਂ ਦੀ ਕੈਟਾਗਰੀ ਹੈ, ਨਾ ਇਹਨਾਂ ਦੀ ਜੰਗਮ ਭਾਵ, ਨਾ ਇਹ ਸ਼ਿਵ ਜੀ ਹਿੰਦੂ ਮਤ ਵਿੱਚ ਆਉਂਦੇ ਆ, ਸ਼ਿਵ ਜੀ ਦੇ ਚੇਲੇ। ਜੰਗਮ ਜਿਹੜੇ ਟੱਲੀਆਂ ਵਜਾਉਂਦੇ ਆ, ਇਹ ਜੰਗਮ ਕੈਟਾਗਰੀ ਉਦੋਂ ਪੈਦਾ ਹੋਈ ਜਦੋਂ ਇੱਕ ਰਾਜੇ ਦੀ ਲੜਕੀ ਦੀ ਸ਼ਾਦੀ ਕਹਿੰਦੇ ਸ਼ਿਵ ਜੀ ਨਾਲ ਹੋਣੀ ਸੀ, ਤੇ ਸ਼ਿਵ ਜੀ ਨੂੰ ਦੇਖ ਕਰਕੇ ਵੀ ਇਹ ਤਾਂ ਸਾਧ ਹੈ, ਜੰਗਲਾਂ 'ਚ ਰਹਿੰਦਾ, ਉਹਨੇ ਜਵਾਬ ਦੇ ਦਿੱਤਾ। ਸ਼ਿਵ ਜੀ ਕਹਿਣ ਲੱਗਿਆ ਵੀ ਸਾਡੀ ਤਾਂ ਪਿਛਲੇ ਕਈ ਜਨਮਾਂ ਤੋਂ ਸ਼ਾਦੀ ਹੁੰਦੀ ਆ ਰਹੀ ਹੈ, ਹੁਣ ਇਹ ਤੇਰੇ ਘਰ ਪੈਦਾ ਹੋ ਗਈ। 108 ਵਾਰੀ ਜਨਮ, ਉਸੇ ਰੂਹ ਨਾਲ 108 ਵਾਰੀ ਜਨਮ ਆਪਣਾ ਵਿਆਹ ਹੋਇਆ ਇਹਦਾ। ਕਹਿੰਦੇ ਜਦੋਂ ਰਾਜੇ ਨੂੰ ਸਮਝਾਇਆ, ਰਾਜਾ ਮੰਨ ਗਿਆ, ਤੇ ਰਾਜੇ ਦੇ ਮੰਨਣ ਤੋਂ ਬਾਅਦ ਫਿਰ ਸ਼ਿਵ ਜੀ ਦਾ ਵਿਆਹ ਹੋਇਆ। ਤੇ ਵਿਆਹ ਦੇ ਵਿੱਚ ਜਿਹੜੇ ਉਹਦੇ ਚੇਲੇ ਬਾਲ ਕੇ ਸਨ, ਉਹਨਾਂ ਵਿੱਚੋਂ ਕੁਝ ਚੇਲਿਆਂ ਨੇ ਕੰਨਾਂ 'ਤੇ ਟੱਲੀਆਂ ਬੰਨੀਆਂ, ਸਿਰ 'ਤੇ ਟੱਲੀ ਬੰਨੀ, ਹੱਥਾਂ ਵਿੱਚ ਟੱਲੀਆਂ ਫੜੀਆਂ, ਗਲ ਵਿੱਚ ਟੱਲੀ ਪਾਈ,
ਜਿਵੇਂ ਅੱਜ ਕੱਲ੍ਹ ਬੈਂਡ ਬਾਜਾ ਹੁੰਦਾ, ਉਸ ਸਮੇਂ ਦਾ ਉਹਨਾਂ ਦਾ ਇਹੋ ਹੀ ਬੈਂਡ ਬਾਜਾ ਸੀਗਾ। ਉਹਨਾਂ ਨੇ ਉਹ ਟੱਲੀਆਂ ਵਜਾ ਕੇ ਮਤਲਬ ਨਾਚ ਕੀਤਾ ਸ਼ਿਵ ਜੀ ਦੇ ਵਿਆਹ 'ਚ। ਉਹ ਜਿਨ੍ਹਾਂ ਲੋਕਾਂ ਨੇ ਉਸ ਤਰ੍ਹਾਂ ਕੀਤਾ ਉਹਨਾਂ ਨੂੰ ਜੰਗਮ ਕਹਿਣ ਲੱਗ ਪਏ। ਅੱਜ ਵੀ ਉਹਨਾਂ ਦੀ ਉਹ ਕੈਟਾਗਰੀ ਆਪਾਂ ਦੇਖਦੇ ਹਾਂ, ਕਈ ਵਾਰੀ ਬਾਜ਼ਾਰਾਂ ਵਿੱਚ ਮੰਗਦੇ ਫਿਰਦੇ ਹੁੰਦੇ ਆ ਟੱਲੀ ਵਜਾ ਕੇ, ਅਤੇ ਪੈਸਾ ਉਹ ਟੱਲੀ ਦੇ ਵਿੱਚ ਹੀ ਪਵਾਉਂਦੇ ਆ, ਹੱਥ ਨਾਲ ਨਹੀਂ ਫੜਦੇ। ਜਦੋਂ ਕੋਈ ਰੁਪਈਆ ਪੈਸਾ ਦਿੰਦਾ ਨਾ, ਉਹ ਟੱਲੀ ਐ ਮੂਹਰੇ ਕਰ ਦਿੰਦੇ ਆ, ਉਹਦੇ ਵਿੱਚ ਹੀ ਪਵਾਉਂਦੇ ਆ। ਉਹਨਾਂ ਦਾ ਹਿਸਾਬ ਕਿਤਾਬ ਹੈ। ਖੈਰ, ਜੰਗਮ ਤੋਂ ਭਾਵ ਨਾ ਇਹ ਹਿੰਦੂ ਮਤ ਵਿੱਚ ਆਉਂਦੇ ਆ ਆਪਣਾ ਜੈਨੀ ਲੋਕ, ਨਾ ਇਹ ਯੋਗ ਮਤ ਵਿੱਚ ਆਉਂਦੇ ਆ, ਨਾ ਇਹ ਕਾਜੀ ਮੁੱਲਾ, ਨਾ ਇਹ ਕਾਜੀਆਂ ਵਿੱਚ ਆਉਂਦੇ ਆ, ਨਾ ਮਲਾਣੇ ਮੁਸਲਮਾਨੀ ਮਤ ਵਿੱਚ ਆਉਂਦੇ ਆ। ਦਇਆ ਵਿਗੋਏ ਫਿਰੈ ਬਿਗੁੱਤੇ, ਲੱਗਦਾ ਰੱਬ ਦੇ ਝਿੜਕੇ ਹੋਏ ਆ, ਰੱਬ ਦੇ ਫਟਕਾਰੇ ਹੋਏ ਨੇ ਇਹ। ਸੰਸਾਰ ਦੇ ਵਿੱਚ ਇਹ ਭਟਕ ਰਹੇ ਹਨ, ਧਰਕਾਰੇ ਹੋਏ। ਫਿੱਟਾ ਵੱਤਾ ਗੱਲਾਂ, ਇਹਨਾਂ ਦੀਆਂ ਗੱਲਾਂ ਜਿਹੜੀਆਂ ਐਸੀਆਂ ਟੇਢੀਆਂ ਹਨ, ਆਪ ਵਿਗੜੇ ਹੋਏ ਆ ਅਤੇ ਹੋਰਨਾਂ ਨੂੰ ਵੀ ਵਿਗਾੜਦੇ ਆ। ਜਿਹੜੇ ਇਹਨਾਂ ਦੀਆਂ ਗੱਲਾਂ ਸੁਣ ਕੇ ਇਹਨਾਂ ਦੀ ਮੱਤ ਨੂੰ ਗ੍ਰਹਿਣ ਕਰਦੇ ਆ, ਉਹਨਾਂ ਨੂੰ ਵੀ ਵਿਗਾੜ ਦਿੰਦੇ ਆ। ਹੱਥ ਨਾਲ ਸਵਾਹ ਮਲ ਕੇ ਸਿਰ ਦੇ ਵਾਲ ਪੱਟਦੇ ਆ, ਅਤੇ ਪੀਣ ਵੇਲੇ ਸਵਾਹ ਘੋਲ ਕੇ ਪਿਆਉਂਦੇ ਆ। ਇਹ ਗੱਲ ਮੈਨੂੰ ਚੰਗੀ ਨਹੀਂ ਲੱਗਦੀ। ਇਹ ਕਹਿੰਦੇ ਆ ਅਸੀਂ ਜੀਵ ਹੱਤਿਆ ਨਹੀਂ ਕਰਨੀ, ਅਤੇ ਜੀਆਂ ਮਾਰ ਜਵਾਲਾ ਸੋਈ ਅਵਰ ਨ ਕੋਈ ਰੱਖੈ, ਮਾਰੈ ਰਾਖੈ ਏਕੋ ਆਪ ਮਾਨਸ ਕੇ ਕਿਛ ਨਾਹੀ ਹਾਥ। ਬੰਦੇ ਦੇ ਹੱਥ ਵਿੱਚ ਨਹੀਂ ਕਿਸੇ ਨੂੰ ਮਾਰਨਾ ਜਾਂ ਬਚਾਉਣਾ। ਜੇ ਸਾਡੇ ਹੱਥ ਵਿੱਚ ਬਚਾਉਣਾ ਹੁੰਦਾ ਤੇ ਕਰੋਨਾ ਵੇਲੇ ਦੁਨੀਆ ਨੂੰ ਮਰਨ ਹੀ ਨਾ ਦਿੰਦੇ। ਕਿ ਡਾਕਟਰ ਹੈ ਨਹੀਂ ਸੀ, ਜਾਂ ਪੈਸਾ ਹੈ ਨਹੀਂ ਸੀ, ਦਵਾਈਆਂ ਹੈ ਨਹੀਂ ਸੀ। ਮਤਲਬ ਇਹ ਜਿਹੜੀ ਸਿਸਟਮ ਹੈ, ਇਹ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਰੱਖੇ ਆ। ਸਾਡਾ ਜਨਮ ਲੈਣਾ ਅਤੇ ਸਾਡੀ ਮੌਤ। ਪਾਤਸ਼ਾਹ ਕਹਿੰਦੇ ਇਹਨਾਂ ਦਾ ਖਿਆਲ ਹੈ ਵੀ ਅਸੀਂ ਨੰਗੇ ਪੈਰੀ ਚੱਲਾਂਗੇ, ਮੂੰਹ 'ਤੇ ਪੱਟੀ ਬੰਨ੍ਹ ਕੇ ਰੱਖਾਂਗੇ, ਕਿਤੇ ਹਵਾ ਦੇ ਵਿੱਚ ਦੇ ਜੀਵਾਣੂ ਨਾ ਮਰ ਜਾਣ ਸਾਡੇ ਮੂੰਹ ਵਿੱਚ ਵੜ ਕੇ। ਨੰਗੇ ਪੈਰੀ ਚੱਲਾਂਗੇ, ਕੀੜਾ ਮਕੌੜਾ ਜਿਹੜਾ ਹੈ ਪੈਰ ਥੱਲੇ ਆ ਕੇ ਨਾ ਮਰੇ। ਕੱਲ੍ਹ ਆਪਾਂ ਕਾਫੀ ਵਿਚਾਰ ਇਸ ਵਿਸ਼ੇ 'ਤੇ ਸਰਵਣ ਕੀਤੀ ਸੀ। ਅੱਜ ਪਾਣੀ ਦੀ ਮਹਿਮਾ ਸਤਿਗੁਰੂ ਦੱਸਦੇ, ਆਪਾਂ ਇਹ ਸਰਵਣ ਕਰਨੀ ਆ। ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦੇ ਫਟਕਾਰੇ ਹੋਏ, ਝਿੜਕੇ ਹੋਏ, ਪੁੱਠੀਆਂ ਗੱਲਾਂ ਕਰਦੇ ਆ। ਜੀਆਂ ਮਾਰ ਜਵਾਲਾ ਸੋਈ ਅਵਰ ਨ ਕੋਈ ਰੱਖੈ, ਦਾਨੋਂ ਤੇ ਇਸ਼ਨਾਨੋਂ ਵੰਝੇ। ਦਾਨ ਹੁੰਦਾ ਲੈਣ ਦੇਣ ਕਰਨਾ। ਦਾਨ ਕਈ ਤਰ੍ਹਾਂ ਦਾ ਹੈ। ਸਿੱਖੀ ਦੇ ਵਿੱਚ ਅਰਦਾਸ ਵਿੱਚ ਆਪਾਂ ਮੰਗਦੇ ਹਾਂ, ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਆਹ ਜਿਹੜਾ ਗਿਆਨ ਹੈ ਇਹ ਵੀ ਇੱਕ ਲੈਣ ਦੇਣ ਕਰ ਰਹੇ ਹਾਂ। ਦਾਸ ਬੋਲ ਰਿਹਾ ਹੈ, ਤੁਸੀਂ ਸੁਣ ਰਹੇ ਹੋ, ਇਹ ਵੀ ਆਪਣਾ ਲੈਣ ਦੇਣ ਹੈ। ਦਾਨ ਦਾ ਮਤਲਬ ਲੈਣ ਦੇਣ। ਇਸ ਤਰ੍ਹਾਂ ਦਾ ਇਹ ਲੈਣ ਦੇਣ ਦਾਨ ਵੀ ਨਹੀਂ ਕਰਦੇ। ਇਸ਼ਨਾਨੋਂ ਵੰਝੇ, ਇਹ ਇਸ਼ਨਾਨ ਵੀ ਨਹੀਂ ਕਰਦੇ। ਦੱਸਦੇ ਆ ਕਿ ਪਿੰਡੇ 'ਤੇ ਗਿੱਲਾ ਕੱਪੜਾ ਕਰਕੇ ਮਾਰਦੇ ਆ। ਨਦੀ ਵਿੱਚ ਨਹੀਂ ਵੜਦੇ, ਦਰਿਆਵਾਂ ਦੇ ਉੱਤੇ, ਤੀਰਥਾਂ ਦੇ ਉੱਤੇ ਨਹੀਂ ਜਾਂਦੇ। ਬਾਹਰ ਹੀ ਜਿੱਥੇ ਬਹਿੰਦੇ ਆ, ਝੁੰਡੀ ਪਾਏ ਬਹਿਣ ਨੇ ਤਮਰਨਾ, ਬਸ ਐਂ ਬੈਠੇ ਰਹਿੰਦੇ ਆ। ਝੁੰਡੀ ਪਾ ਕੇ ਭਾਵ ਧੌਣ ਨੀਵੀਂ ਕਰਕੇ, ਨੀਵੀਂ ਪਾ ਕੇ ਬੈਠੇ ਰਹਿੰਦੇ ਆ। ਦੜ ਦੀ ਬਾਣ ਨਾ ਜਾਈ, ਸਤਸੰਗ ਨਹੀਂ ਕਰਦੇ, ਕਿਸੇ ਦੀਵਾਨ ਵਿੱਚ ਨਹੀਂ ਜਾਂਦੇ, ਸਤਸੰਗ ਵਿੱਚ ਨਹੀਂ ਜਾਂਦੇ। ਇਹ ਪਾਣੀ ਤੋਂ ਭੱਜਦੇ ਆ। ਪਾਣੀ ਦੀ ਅਹਿਮੀਅਤ ਸੁਣੋ। ਦਾਨੋਂ ਤੇ ਇਸ਼ਨਾਨੋਂ ਵੰਝੇ, ਭਸ ਭਈ ਸਿਰ ਘੁੱਥੈ। ਨਾ ਇਸ਼ਨਾਨ ਕਰਦੇ ਆ, ਨਾ ਇਹ ਦਾਨ ਆਦਿ ਲੈਣ ਦੇਣ ਕਰਦੇ ਆ। ਸਿਰ ਘੁੱਥੇ, ਇਹਨਾਂ ਦੇ ਸਿਰ ਵਿੱਚ ਸਵਾਹ ਹੈ। ਸਿਰ ਵਿੱਚ ਵੀ ਸਵਾਹ ਪਾਉਂਦੇ ਆ। ਸਵਾਹ ਨਾਲ ਹੱਥ ਮਲ ਕੇ ਫਿਰ ਬਾਲ ਪੱਟਦੇ ਆ, ਕੱਲਾ ਕੱਲਾ ਕਰਕੇ। ਬਾਲ ਤਾਂ ਪੜਦੇ ਆ ਕਿਤੇ ਜੂਆਂ ਪੈ ਕੇ ਮਰ ਨਾ ਜਾਣ, ਫਿਰ ਸਾਤੋਂ ਪਾਪ ਹੋਊਗਾ। ਕੋਈ ਸਤਨਾਮ ਸੀ, ਨਹਾਉਣਾ ਤਾਂ ਹੈ ਨਹੀਂ, ਫਿਰ ਜੂਆਂ ਪੈਣਗੀਆਂ। ਇਸ ਕਰਕੇ ਇਹ ਵੀ ਜੜ ਪੱਟਦੀ, ਜੂਆਂ ਨਾ ਬਣ ਜਾਣ ਕਿਤੇ ਸਰੀਰ 'ਤੇ। ਖੈਰ, ਪਾਤਸ਼ਾਹ ਕਹਿੰਦੇ ਭਲਿਓ, ਪਾਣੀ ਦੇ ਵਿੱਚੋਂ ਤਾਂ ਆਪਾਂ ਸਾਰੇ, ਤੇ ਪਾਣੀ ਵਿੱਚੋਂ ਰਤਨ ਉਪੰਨੇ ਮੇਰ ਕੀਆ ਮਧਾਣੀ। ਕਿਸੇ ਵੇਲੇ ਦੇਵਤਿਆਂ ਨੇ, ਧਿਆਨ ਦਿਓ, ਪਾਣੀ ਨੂੰ ਰਿੜਕਿਆ ਸੀ, ਸਮੁੰਦਰ ਰਿੜਕਿਆ ਸੀਗਾ, ਪਹਾੜ ਦੀ ਮਧਾਣੀ ਬਣਾ ਕੇ 14 ਰਤਨ ਨਿਕਾਲੇ ਹਨ। ਉਹਦੇ ਵਿੱਚੋਂ ਰਤਨ ਕੱਢੇ ਸੀ 14।
अपना सारियां दा जन्म पानी तो होया। माँ की रक्त पिता बिंद धारा। परमेश्वर ने पानी तो सृष्टि साजी। अकाल पुरख तो पैदा हुई हवा, हवा ठंडी होके बनया पानी। बाणी का बचन है और सैंस भी मनूगी इस गल नूं। कोई भी बाणी का ऐसा बचन नहीं जिन्हें वल सैंस की कोई उंगल हो जाए। सैंस नूं मनना पऊगा। साचे ते पवना भया, पवन ते जल होए, जल ते त्रै भवन साजिया, घट घट जोत समोए। अकाल पुरख तो हवा बनी। हवा कदों बनी? जदों कहते अरबद नरबद धुंधु कारा, धरना गगना हुक्म पारा, ना दिन रैन न चंद न सूरज, सुन समाध लगाएंदा। जदों बैठे सी अकाल पुरख अपने विच समाए हुए कल्ले ही सी ते फुरना बनिया। जदों फुरना बनता फिर ही कुछ अगे बनता। तुसीं प्लाट लैके रखता, जदों फुरना बनूगा वो कोठी बन जाऊगी। कहो सतनाम श्री। फुरने च ही बनया सब कुछ। अकाल पुरख दे फुरने विचों आपां बने आ। उहदा फुरना बनिया मेरे वर्गे होर भी होण ते उहदे वास्ते कोई वड्डी गल नहीं। वो कहंदा हो जा कीता पसाओ, एको कवाओ, एको बारी बोलिया तिस ते होए लख दरियाओ। आपां सारे बन गए। आपां पानी तो बने आ तां ते अपना एक नाम दरिया भी है। लखां दरिया पैदा करते एक बारी बोले। साचे ते पवना पया, पवन ते जल होए। वो तो हवा निकली, जदों बोलिया हवा पैदा हुई, हवा ठंडी होके पानी बनिया। जल ते त्रै भवन साजिया, घट घट जोत समोए। पानी तो आपां नूं सारियां नूं साजिया गया। इन्हां बाडियां नूं, आ बाडी आपां बाडी नहीं आ, बाडी दे विच रहण वाले आ। इन्हां शरीरां नूं पानी तो ही पैदा किया गया। फिर सारियां विच अपनी जोत रख दी। परमेश्वर ने एक खेड रच दी। आपे कीतो खेड पसारा। उन्हें आप ही ये पसारा किया, खेड बनाई उन्हें एक। आपां उहदे प्यादे हैं, आपां उहदे डल हाँ। वो आपां नूं चला चला के वेखदा है। कोई मर जाता है, कोई नवां पैदा हो जाता। कहो सतनाम श्री। ये उहदी खेड है। आपां नूं लगदा है कि ये तां एडा जिहा काम है, हुण मर जांगे, पर मरना भी पैना जदों समा आ गया। जिया मार जवालै सोई, अवर न कोई रखै। इत्थे दुनिया विच कोई पैदा करने वाला नहीं, कोई बचाउण वाला नहीं। ये परमेश्वर दे हत्थ विच है। पर ये मूर्ख दानो ते इशनानो वंजे भस भई सिर घुथे। पानी विचों रतन उपन्ने, मेर किया माधानी। इस पानी दे विचों 14 रतन निकालियन। 14 रतन पानी चों कढे। सतगुरु पातशाह जी ने उन्होंने 14 रत्ना का सूखम भाव घोड़ा कीतो सहजदा जत कियो पलान। संसार ने 14 रत्न 9 पत्थर हीरे मोती जवाहरात और एक रत्न निकलिया कहते घोड़ा, एक रत्न जहर निकलिया, एक रत्न अमृत भी निकलिया। पर गुरु पातशाह ने इन्हां दे सूखम भाव सूखम बख्शिश भी कीते हैं। तो 14 रतन निकाले हुन, 14 रतन कढ़े। फिर इस पानी दे विचों ही निकले। वो 68 तीरथ देवी थापे, जिन्हां नूं तीर्थ कहंदे आ। गंगा जमुना सरस्वती, ये सारे तीर्थ क्यों बने? इन्हां च पानी वगदा सीगा ते ऋषि मुनि नाम जपण वालियां रूहां इन्हां दे किनारे बैठ गईयां। क्योंकि मनुख दी सवास तो बाद दूजी लोड़ पानी है, रोटी तीजी लोड़ है। वो 2 दिन लंघ भी सकते हैं बिना खाद्या, पर पानी ते सवास तो बगैर नहीं आपां जिउ सकते। को सतनाम श्री। पानी ते सवास बड़ा जरूरी है। तो पहला साडे वास्ते सवास है, 2 नंबर ते पानी है। पावन गुरु, गुरु पहला है, पानी पिता, पिता उस तो अगे है, 2 नंबर ते है। इस तरह गुरु प्यारिओ पातशाह जी कहते पानी बड़ी अहमियत रखता है। धन गुरु नानक देव जी महाराज जी तड़के अमृत वेले उठ के बेई नदी ते इशनान करन जाते हैं। ते एक सतगुरां दा सिख सीगा, उन्हें सोचा भी शायद बाबा नानक तड़के 2-2:30 बजे बेई नदी ते जां रावी नदी ते, जो करतारपुर रहे उदों रावी नदी जाते रहे, जो सुल्तानपुर सी उदों बेई ते जाते हुंदे सी।
ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੜਕੇ ਨਦੀ ਤੇ ਜਾਂਦੇ ਆ ਉੱਠ ਕੇ, ਉੱਥੇ ਸ਼ਾਇਦ ਕਿਸੇ ਜਲ ਦੇਵਤੇ ਦੀ ਪੂਜਾ ਕਰਦੇ ਹੋਣਗੇ। ਤਾਂ ਗੁਰੂ ਪਿਆਰਿਓ, ਉਹ ਜਿਹੜਾ ਸਿੱਖ ਸੀ ਪਾਤਸ਼ਾਹ ਜੀ ਦਾ, ਉਹ ਇੱਕ ਦਿਨ ਬਾਬੇ ਨਾਨਕ ਤੋਂ ਪਹਿਲਾਂ ਹੀ ਚੱਲ ਪਿਆ ਨਦੀ ਤੇ, ਵੀ ਚੱਲ ਮੈਂ ਵੀ ਉੱਥੇ ਜਾ ਕੇ ਨਾ ਪੂਜਾ ਕरूँ ਜਲ ਦੇਵਤੇ ਦੀ। ਜਦੋਂ ਇਹ ਜਾ ਰਿਹਾ ਨਦੀ ਵੱਲ, ਅੱਗੋਂ ਇਹਨੂੰ ਆਉਂਦਾ ਇੱਕ ਮਨੁੱਖ ਰੂਪ ਟੱਕਰਿਆ, ਹੱਥ ਵਿੱਚ ਉਹਦੇ ਮੱਛੀ ਫੜੀ ਹੋਈ ਹੈ। ਜਲ ਦੇਵਤਾ ਸੀਗਾ, ਉਹਦੀ ਨਿਸ਼ਾਨੀ ਆ, ਹੱਥ ਵਿੱਚ ਮੱਛੀ ਹੈ, ਉਹਦੀ ਨਿਸ਼ਾਨੀ ਹੈ। ਜਿਵੇਂ ਸਾਡੀ ਨਿਸ਼ਾਨੀ ਸ੍ਰੀ ਸਾਹਿਬ ਹੈ ਸਿੱਖਾਂ ਦੀ, ਉਹਦੀ ਨਿਸ਼ਾਨੀ ਮੱਛੀ ਹੈ। ਉਹਦੇ ਹੱਥ 'ਚ ਮੱਛੀ ਫੜੀ ਹੋਈ, ਅੱਗੋਂ ਆਇਆ ਤੇ ਪੁੱਛਦਾ, ਭਾਈ ਸਾਹਿਬ ਤੁਸੀਂ ਕੌਣ? ਕਹਿੰਦਾ ਮੈਂ ਜਲ ਦੇਵਤਾ। ਅੱਛਾ, ਤੁਸੀਂ ਕਿੱਧਰ ਚੱਲੇ? ਕਹਿੰਦਾ ਮੈਂ ਤਾਂ ਬਾਬੇ ਨਾਨਕ ਦੀ ਪੂਜਾ ਕਰਨ ਚੱਲਿਆ। ਜਿਵੇਂ ਤੜਕੇ ਤੜਕੇ ਆਪਾਂ ਮੱਥਾ ਟੇਕਣ ਆਉਣੇ, ਉਹ ਵੀ ਕਹਿੰਦੇ ਆਉਂਦਾ। ਉਹ ਸਿੱਖ ਕਹਿਣ ਲੱਗਿਆ, ਵੀ ਯਾਰ ਮੈਂ ਤਾਂ ਸੋਚਿਆ ਸੀ ਬਾਬਾ ਨਾਨਕ ਤੇਰੀ ਪੂਜਾ ਕਰਦਾ ਹੋਣਾ। ਕਹਿੰਦੇ ਮੂਰਖ ਹੈ ਤੂੰ, ਉਹ ਤਾਂ ਪਰਮੇਸ਼ਰ ਹੈ, ਉਹ ਤਾਂ ਸਾਡਾ ਸਭ ਦਾ ਮਾਲਕ ਹੈ। ਮੈਂ ਉਹਨੂੰ ਮੱਥਾ ਟੇਕਣ ਚੱਲਿਆ, ਪੂਜਾ ਮੈਂ ਕਰਦਾ ਉਹਦੀ। ਉੱਥੋਂ ਹੀ ਨਾਲ ਮੁੜ ਪਿਆ ਉਹ, ਜਾਣੀ ਤਾਂ ਨਹੀਂ ਤਾਂ ਕਰਾ ਚੋਂ ਮੁੜ ਪਏ। ਦੋਨੇ ਆ ਕੇ ਬਾਬੇ ਨਾਨਕ ਕੋਲੇ ਪਹੁੰਚ ਗਏ। ਜਦ ਦੋਨੇ ਪਹੁੰਚੇ ਤੇ ਪਾਤਸ਼ਾਹ ਉਹ ਸਿੱਖ ਨੂੰ ਕਹਿੰਦੇ, ਵੀ ਤੂੰ ਅੱਜ ਕਿਵੇਂ ਐਡੀ ਸਦਿਆਂ ਉੱਠਿਆ ਫਿਰਦਾ? ਕਹਿੰਦਾ ਮਹਾਰਾਜ ਮੈਂ ਤਾਂ ਹੋਰ ਹੀ ਸਮਝ ਗਿਆ ਸੀਗਾ। ਕੀ? ਵੀ ਮੈਂ ਸੋਚਿਆ ਵੀ ਤੁਸੀਂ ਤੜਕੇ ਤੜਕੇ ਨਦੀ ਤੇ ਜਦੋਂ ਜਾਂਦੇ ਹੋ ਤੇ ਸ਼ਾਇਦ ਜਲ ਦੇਵਤੇ ਦੀ ਪੂਜਾ ਕਰਦੇ ਹੋਵੋਗੇ, ਤੇ ਮੈਂ ਅੱਜ ਸਦੇਹਾ ਹੀ ਤੁਰ ਪਿਆ। ਅੱਗੋਂ ਇਹ ਵੀਰ ਆਈ ਜਾਂਦਾ ਸੀ, ਜਲ ਦੇਵਤਾ ਤੁਹਾਡਾ ਉਪਾਸ਼ਕ ਹੈ। ਇਹ ਮੈਨੂੰ ਕਹਿੰਦਾ ਮੈਂ ਬਾਬੇ ਨਾਨਕ ਨੂੰ ਮੱਥਾ ਟੇਕਣ ਚੱਲਿਆ, ਫਿਰ ਤੁਸੀਂ ਉੱਥੇ ਕੀ ਲੈਣ ਜਾਂਦੇ ਹੋ? ਧੰਨ ਗੁਰੂ ਨਾਨਕ ਦੇਵ ਜੀ ਹੱਸ ਪਏ, ਕਹਿੰਦੇ ਭਲਿਆ ਮੈਂ ਤਾਂ ਉੱਥੇ ਇਸ਼ਨਾਨ ਕਰਨ ਜਾਣਾ, ਪੂਜਾ ਤਾਂ ਅਕਾਲ ਪੁਰਖ ਦੀ ਕਰਨੀ ਹੈ, ਮੈਂ ਉੱਥੇ ਇਸ਼ਨਾਨ ਲਈ ਜਾਣਾ। ਕਿਉਂਕਿ ਜਿਨ੍ਹਾਂ ਨੇ ਭਗਤੀ ਕਰਨੀ ਹੈ ਉਹ ਤੜਕੇ ਉੱਠ ਕੇ ਪਹਿਲਾਂ ਪਾਣੀ ਦੀ ਵਰਤੋਂ ਕਰਦੇ ਆ। ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ। ਪਾਣੀ ਤੋਂ ਰੋਟੀ ਬਣੀ ਆ, ਪਾਣੀ ਨਾ ਹੋਵੇ ਤੇ ਕਣਕ ਨਹੀਂ ਪੈਦਾ ਹੁੰਦੀ। ਜਿੱਥੇ ਬਾਬਾ ਜੀ ਗਏ ਆ ਮੁਨਾਫਕ ਦੇਸ਼ 'ਚ, ਉੱਥੇ ਕਾਲ ਹੀ ਦਾ ਪਿਆ ਹੋਇਆ ਸੀਗਾ, ਤੇ ਬਾਬਾ ਜੀ ਨੇ ਮੀਂਹ ਪਵਾ ਦਿੱਤਾ, ਉੱਥੇ ਕਾਲ ਟੁੱਟ ਗਿਆ। ਪਿੰਡ ਵਾਲੇ ਕਿੰਨੇ ਖੁਸ਼ ਹੋਏ। ਆ ਸਾਉਣ ਦਾ ਮਹੀਨਾ, ਮੀਂਹ ਪੈਣ ਲੱਗ ਪਏ ਤਾਂ ਰੱਕੜਾਂ ਦੇ ਵਿੱਚ, ਮੈਦਾਨਾਂ ਦੇ ਵਿੱਚ ਘਾਹ ਫੂਸ ਪੈਦਾ ਹੋ ਜਾਊਗਾ, ਪਸ਼ੂ ਖੁਸ਼ ਹੋ ਜਾਣਗੇ, ਮਨੁੱਖ ਵੀ ਖੁਸ਼ ਹੋ ਜਾਣਗੇ, ਫਸਲਾਂ ਹੋਣਗੀਆਂ। ਤਾਂ ਬਾਬਾ ਜੀ ਕਹਿੰਦੇ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਜਿਨ ਮਨ ਮੁਖ ਸੱਚਾ ਨਾਓ। ਜਿਨ੍ਹਾਂ ਦੇ ਮਨ ਵਿੱਚ, ਜਿਨ੍ਹਾਂ ਦੇ ਮੁਖ ਵਿੱਚ ਪਰਮੇਸ਼ਰ ਦਾ ਨਾਮ ਹੈ, ਉਹ ਤੜਕੇ ਉੱਠ ਕੇ ਪਹਿਲਾਂ ਪਾਣੀ ਨਾਲ ਦੋਸਤੀ ਕਰਦੇ ਆ। ਤੁਹਾਡੇ 'ਚੋਂ ਕਿਹੜਾ ਬੰਦਾ ਜਿਹੜਾ ਤੜਕੇ ਉੱਠਣ ਸਾਰ ਪਹਿਲਾਂ ਕੁਰਲੀ ਨਹੀਂ ਕਰਦਾ, ਹੱਥ ਮੂੰਹ ਨਹੀਂ ਧੋਂਦਾ? ਕਹੋ ਸਤਿਨਾਮ। ਪਹਿਲੀ ਲੋੜ ਸਾਡੀ ਪਾਣੀ ਆ ਉੱਠਣ ਸਾਰ। ਤੇ ਬਾਬਾ ਜੀ ਕਹਿੰਦੇ ਇਹ ਮੂਰਖ ਪਾਣੀ ਤੋਂ ਸੰਗਦੇ ਆ, ਪਾਣੀ ਤੋਂ ਦੂਰ ਹੀ ਰਹਿੰਦੇ ਆ, ਨਾ ਨਹਾਉਣਾ ਨਾ ਧੋਣਾ ਨਾ। ਪਾਣੀ ਵਿੱਚੋਂ ਰਤਨ ਉਪੰਨੇ, ਮੇਰ ਕੀਆ ਮਾਧਾਣੀ, 68 ਤੀਰ ਦੇਵੀ ਥਾਪੇ, ਪੁਰਬੀ ਲਾਗੇ ਬਾਣੀ। ਹੁਣ ਸਾਡੇ ਵਾਸਤੇ ਵੇਈ ਨਦੀ ਜਿਹੜੀ ਹੈ ਉਹ ਤੀਰਥ ਬਣ ਗਈ। ਹਿੰਦੂ ਮਤ ਵਾਸਤੇ ਗੰਗਾ ਜਮਨਾ ਤੀਰਥ ਬਣ ਗਏ। ਮਤਲਬ ਕਿ ਉਹ ਤੀਰਥ ਕਿਉਂ ਬਣੇ? ਅਸਲ ਵਿੱਚ ਉੱਥੇ ਬੈਠ ਕਰਕੇ ਪਰਮੇਸ਼ਰ ਦੇ ਪਿਆਰਿਆਂ ਨੇ ਭਜਨ ਕੀਤਾ। ਉੱਥੇ ਕਿਉਂ ਬੈਠੇ? ਕਿਉਂਕਿ ਪਾਣੀ ਦੀ ਲੋੜ ਸੀਗੀ। ਹੁਣ ਕਿੱਥੇ ਘੜਾ ਚੱਕ ਕੇ ਭਰ ਕੇ ਲਿਆਉਣ ਫਿਰ ਪਾਣੀ ਵਰਤਣ। ਉਹਨਾਂ ਨੇ ਨਦੀਆਂ ਉੱਤੇ ਹੀ ਆਸਣ ਲਾਏ ਹੋਏ ਸੀ, ਕਹੋ ਸਤਨਾਮ ਸੀ। ਤਾਂ ਉਹ ਨਦੀਆਂ ਮਸ਼ਹੂਰ ਹੋ ਗਈਆਂ। ਲੋਕ ਉੱਥੇ ਜਾਂਦੇ ਸੀ ਉਹਨਾਂ ਨੂੰ ਮਿਲਣ ਵਾਸਤੇ, ਸਾਧੂਆਂ ਨੂੰ, ਨਾਮ ਜਪਣ ਵਾਲਿਆਂ ਨੂੰ। ਤਾਂ ਸੌਖਾ ਪਾਣੀ ਮਿਲ ਜਾਂਦਾ ਸੀ ਗੰਗਾ ਜਮਨਾ 'ਚੋਂ, ਕਿਉਂਕਿ ਬੰਦੇ ਰੋਜ਼ ਇਸ਼ਨਾਨ ਵੀ ਕਰਨਾ, ਖਾਣਾ ਪੀਣਾ ਵੀ ਹੈ, ਪਾਣੀ ਵਰਤਣਾ, ਨਹਾਉਣਾ ਧੋਣਾ ਵੀ ਆ। ਇਸ ਕਰਕੇ ਉਹਨਾਂ ਗੰਗਾ ਜਮਨਾ ਨਦੀਆਂ ਦੀ ਵੀ ਮਹਿਮਾ ਹੋ ਗਈ ਉਹਨਾਂ ਸਾਧੂਆਂ ਕਰਕੇ। ਜਿੱਥੇ ਜਾਏ ਵਾਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ 68 ਤੀਰਥ ਹੈ ਹਿੰਦੂ ਮਤ ਦੇ, ਉਹ ਵੀ ਪਾਣੀ ਦੇ ਹਨ। ਤੇ ਉਹਨਾਂ ਨੂੰ ਸਾਜਿਆ ਵੀ ਰਿਸ਼ੀਆਂ ਮੁਨੀਆਂ ਦੇ ਕਾਰਨ ਗਿਆ। ਪਰ ਹੌਲੀ ਹੌਲੀ ਕੀ ਹੋਇਆ, ਲੋਕ ਤੀਰਥਾਂ ਨੂੰ ਤਾਂ ਮੰਨਣ ਲੱਗ ਪਏ, ਨਾਮ ਨੂੰ ਭੁੱਲ ਗਏ। ਜਿਹੜੀ ਰਿਸ਼ੀਆਂ ਦੀਆਂ ਗੱਲਾਂ ਸੀ ਉਹ ਭੁੱਲ ਗਏ, ਕੇਵਲ ਗੰਗਾ ਤੇ ਇਸ਼ਨਾਨ ਕਰਕੇ ਮੁੜਨ ਲੱਗ ਪਏ। ਤਾਂ ਬਾਬੇ ਨਾਨਕ ਨੂੰ ਕਹਿਣਾ ਪਿਆ, ਭਲਿਓ ਤੀਰਥਾਂ ਦਾ ਕਾਰਨ ਉੱਥੇ ਜਾ ਕੇ ਕੋਈ ਰੱਬ ਦੀ ਗੱਲ ਸੁਣਨੀ ਕਰਨੀ ਸੀਗੀ, ਤੁਸੀਂ ਤਾਂ ਕੇਵਲ ਨਹਾਉਣ ਧੋਣ 'ਤੇ ਲੱਗ ਪਏ।
तीर्थ नहावन जाओ तीर्थ नाम है, तीर्थ शब्द विचार अंतर ज्ञान है। तो गुरमत विच भी पानी की लोड़ सी, तो सतगुरां ने सरोवरां की रचना की। हुण नदियां तो हर थां हो नहीं सकदियां, ते गुरु घर तो फिर सारे देश विच ही हन। ते गुरु घर दे विच पानी की जिथे लोड़ सी, संगत बहुत आउंदी है, इशनान करन वास्ते किन्ना पानी डोलांगे। सतगुरां ने सरोवर तैयार करवाते, कोई सतनाम सी, सरोवर तैयार हो गए। इस करके वो सरोवर जिहड़े हन रामदास सरोवर नहाते सब उतरे पाप कमाते। पर सतगुर ने दोने चीज़ां फिर इकट्ठियां करतियां। सरोवर दे कोल बाणी, बाणी ते पानी ये दोने बंदे की लोड़ है। बाणी आत्मा की खुराक है, पानी शरीर की खुराक है। कोई सतनाम शरीर की लोड़ है। इस करके सतगुरां ने की कीता, फिर हरमंदर साहब की रचना करने वेले पहला पानी का ख्याल किया। ते ਉਹ ਜਿਹੜੀ ਛਪੜੀ ਸੀ ਬੀਬੀ ਰਜਨੀ ਵਾਲੀ, ਉਹ ਛਪੜੀ ਨੂੰ ਸਰੋਵਰ ਤਿਆਰ ਕਰਤਾ, ਕਿਉਂਕਿ ਅੰਮ੍ਰਿਤ ਸਰੋਵਰ ਸੀ, ਉਹ ਅੰਮ੍ਰਿਤ ਕੁੰਡ ਸੀ ਪੁਰਾਤਨ, ਉੱਥੇ ਅੰਮ੍ਰਿਤ ਸੀਗਾ। ਤੀਜੇ ਪਾਤਸ਼ਾਹ ਨੇ ਦੱਸਿਆ ਸੀਗਾ, ਚੌਥੇ ਪਾਤਸ਼ਾਹ ਨੇ ਖੋਜ ਕੀਤੀ, ਪੰਜਵੇਂ ਪਾਤਸ਼ਾਹ ਜੀ ਉਸ ਨੂੰ ਤਿਆਰ ਕਰਵਾਇਆ। ਕੋ ਸਤਨਾਮ ਸੀ। ਅੰਮ੍ਰਿਤਸਰ ਸਤਿਗੁਰ ਸਤਵਾਦੀ जित नहाता कौआ हंस हो है। जिथे उत्थे अमृतसर दे विच वो सरोवर सीगा, अमृत सरोवर, उत्थे ते सतगुर सतवादी लिखण का मतलब उत्थे गुरु भी मिलेगा। तीजे पातशाह दे बचन, चौथा पंजवां छेवां, ये तीन गुरु अमृतसर विच ही रहे हैं। सतवादी सत नाल जोड़न वाला जिहड़ा गुरु है, जिहड़ा उत्थे जावेगा अमृतसर, उथों की निशानी है जित नहाता कौआ हंस हो है। हुण कां वो सरोवर की छपड़ी विच नहा के चिट्टे होए तो उथों जगह प्रगट हो गई। पर इत्थे दूसरी गल है, साडे अंदरले हिरदे जिहड़े कां की तरह खराब हो चुके हैं, काले हो चुके हैं। जदों सतगुर की शरण में जावांगे तो साडे हिरदे भी चिट्टे हो जाणगे। कहो सतनाम। जिथे असीं बगले बने हुए हैं उत्थे असीं हंस भी बन सकते हैं। पर शर्त है कि जे हरमंदर साहब दे विच भी जाया जाए, भाव हरमंदर साहब की बाणी भी सुनी जाए। नहावन चले तीर्थी मन खोटे तन चोर, तीर्थां ते जाके नहाउण तां लागे, पर जिहड़ियां पुराने समय च ऋषियां ने गल्लां कहीआं सीगीआं नाम जपण वालियां वो भुल गए। एक पाव लत्ती नहातियां दोए पाव चढ़ीअस होर। प्रीतम जी कहते हैं पानी की अहमियत, 68 तीर्थ पानी दे ही हन। उन्हां पानियां दे उत्ते जाके नाम जपण वाले बैठे सी, तां उत्थे उन्हां ने पूर्वी लगे बाणी अनेकां तरह के बचन पैदा किए, बाणियां उचारियां। तां पातशाह जी कहते फिर की होया, नाए निवाजा, नाए आपां नाम जपदे आ, मुसलमान निवाज करते हैं, हिंदू लोग पूजा करते हैं। तिन्नां दी गल इत्थे कर दित्ती पातशाह जी ने। नहाए नहा के निवाज करते हैं, वो नहाता पूजा। हिंदू मत वाले जिहड़े हन वो नहा के पूजा अर्चना मंदिर विच करते अपनी। नहावन सदा सुजानी, सियाणा बंदा पहला उठ के पानी की वरतों करता है। कहो सतनाम। सुजानी सियाणा भाव हरेक मनुख पहला पानी वरतदा, उठन सार पानी की लोड़ पैंदी है सानू। होर तां होर मोया जीवदियां गत होवे, जां सिर पाईए पानी, मुर्दे नूं भी नवा के संस्कार कराउंदे आ। मुसलमान वाले नवा के उसनूं दफनाउंदे आ, कबर विच पाउंदे आ। साडी मत में संस्कार किया जाता है, इत्थे भी पानी की वरतों हुंदी है। मुर्दा तो हैगा ही आ, मिट्टी आ, उहनूं नवाउण दी की लोड़ है। पर पातशाह कहते नहीं, ये भी गल जरूरी है। ये नवाया भी जीव की मुक्ति हुंदी है। पानी बड़ा जरूरी है। कई बार कोई बजुर्ग मरण किनारे है, खा पी तो कोई सकता नहीं, पर सारा टब्बर कहता यार पानी का चमचा पाई चलो, किते ध्याया ना मर जे। जे पानी की लोड़ सीगी पर मिलिया नहीं मरण वेले, वो रूह भी भटक सकती है। कहो सतनाम श्री। इस करके बजुर्ग के मूँह में बैठ के कोले परिवार पानी पाउण लग जाता चमचे नाल। पहला भावें ना सेवा की होवे, पर उदों जरूर करते हैं। की कहते हैं कबीर साहब जी कहते
जीवत पितर न मानै कहो मूए श्राद्ध कराही पितर भी बपरे कहो क्यों पावै कहुआ कूकर खाई खैरी लैन होर चल पूगी। कबीर साहब जी कहते जिउंदिਆਂ ਨੂੰ जल पानी पुछना चाहिए, सेवा करनी चाहिए। अगे चलीए, नहाए निवाजा नहा के वो निवाज करते हैं, नहाते पूजा नहा के हिंदू मत वाले पूजा अर्चना करते हैं। नहावन सदा सुजानी सियाने बंदे पहला नहाउंदे आ। मोया जीवन दियांगत होवे जा सिर पाईए पानी। तो साडी गति साडी मुक्ति ही पानी नाल होनी आ, पानी तो बगैर साडी मुक्ति नहीं होनी। इस करके जिउंदियां दी मरियां दी गति ही पानी नाल है। गति भाव जीवन, एक वो गति जिहड़ी हिंदू मत ने जां होर लोकां ने मन्नी है भी गंगा ते जाओ भाई उत्थे गति करा के आओ। हुण कई लोग उत्थे फुੱਲ पाउण जांदे आ, पंडित कहंदे सोडे बजुर्गों की गति तो होगी जे सिर घोड़ मोड़ कराओगे। ये भी उन्होंने कोई सियासत लगती है भी बाबे नानक के घर में केस रखाए जाते हैं, असी इन्हों इत्थों ही कट दईए, गाह नूं कोई केस तो रखे सिख ही ना बन सके। नहीं तो केसां नाल की तां लग्या, जवाकां दे केस क्यों कट्टे जाते हैं? मरिया तो बजुर्ग है, कहो सतनाम सी। तो वो जिहड़ा भी पोतरा पुत्र जाके उत्थे फुੱਲ पाउण जांदा है, उन्हां दे सिर शेप कीते जांदे आ, बिल्कुल कद्दू दी न्याई साफ कर दिते जांदे आ। कहंदे भी इहदे नाल की होगा? कहंदे इहदे नाल तुहाडे बुढ़ियां दी मुक्ति होगी तां जे तुसीं केस कटाओगे आपदे। पर ये गुरमत अनुसार नहीं, ये गलत है। खैर अगे चल गए आपां। पातशाह जी कहते मोया जीवन दियांगत होवे जां सिर पाईए पानी, नानक सिर घुथे शैतानी इन्ना गल ना पानी। वो जिहड़ा जैनी सी ना उस नगर का गुरु बनया होया, जिथे बाबे ने राजे नूं ज्ञान बख्शिया समझाया, जिथे जनता नूं समझाया, इच्छा सी कि जैनी भी समझ आंदा। पर ये जैनी ने ना तो गुरु के चरण फड़े, ना इन्हें माफ़ी मंगी, ना ये कोई गलती मनी, ना ही इन्हें कहा कि मैनू भी तुहाडी गल समझाओ जी। उल्टा चर्चा करके विचार करके बाबे नानक नूं हराउंदा हराउंदा थक गया, हार गया खुद, ते हार के उठ के चलिया गया गुस्से च आके। इस करके बाबा जी अपने इस विचार विच कहंदे आ कि इन्हां नूं मेरी गल चंगी नहीं लगनी। नानक सिर घुथे शैतानी इन्हां गल ना भाणी, इन्हां नूं गल चंगी नहीं लगदी। भलिओ उठै होया होए बिलावल जियां जुगत समाणी। जदों मींह पैंदा, जदों बारिश हुंदी है, वरखा पैंदी है गुरु प्यारिओ, ते बिलावल राग जिथे बराग दा राग आ उत्थे आनंद दा भी है। इस करके पातशाह कहते जो मीह पैंदा तो आनंद वरता, किन्नी गर्मी आ। जे महाराज कृपा करे हफ्ता क लगातार मीह पै जाए तो सारी गर्मी उड़ जाए, पर थोड़ा जिहा मीह पैंदा फिर गर्मैश बढ़ जाती है। तो गुरु कृपा करन। पातशाह जी कहते जदों मीह पैंदा, देखो आ सोडे ही देश दे विच औड़ लगी सी, काल पिया होया सीगा, तो सारा नगर तुहाडा दुखी सीगा, फसलां मच गईयां, पशु मर रहे सी, बंदे ध्याए मर रहे सी, ते परमेश्वर ने मीह पाया तो सारिਆਂ ਨੂੰ आनंद बन गया ना। कहते हाँ जी आनंद बन गया। बस फिर पानी दसो, पानी माड़ा है? फिर ये जैनी लोग क्यों नहीं नहाउंदे पानी दे विच? ये रब दे झिड़के हुए लगदे आ मैनूं, को सतनाम सी। पातशाह जी कहते उठै होया होए बिलावल जियां जुगत समाणी। जदों मीह पैंदा है तो जिहड़ी सृष्टि है वो खुश हो जाती है, आनंद विच आ जाती है, जीवां दे अंदर जान पै जाती है। जान अनाज नाल पैनी है तो अनाज पानी नाल पैदा होना है। को सतनाम सी। पिंड वालिਆਂ ने यही कहा सी ना भाई जी साडे मीह नहीं पै रहा, साडियां फसलां मची जांदियां, जे फसलां ना होईयां, जंगलों में घाह फूस पैदा ना होया तो जिहड़े पशु दुध वाले आ वो मर जाणगे। जब वो मर गए तो फिर साडा भी जीवन खत्म है, मनुखता का जीवन भी खत्म है। पातशाह ने फिर उत्थे कहा सीगा करतार नूं कहो। पहला मीह किवें पैंदा सीगा? कहंदे जी साडे एक जैनी आ, वो बाबा जंतर मंतर पढ़दा ते मीह पवा दिंदा, ते कहंदे हुण क्यों नहीं पिया? कहंदे जी हुण पता नहीं, और बड़ा जोर लाई जांदा, पैंदा ही नहींगा। पातशाह सहजे कहन लगे भाई करतार नूं कहो।
कहते जी करतार कौन है, वो कित्थों का राजा है। पातशाह कहते वो तो सारी सृष्टि का राजा है, वो तो कुदरत विच वसिया होया। कहते जी कुदरत की है फिर। पातशाह ने फिर उस जिमीदार नूं कहा भी इत्थे दाने सिट दे, तड़के आके देख ली तैनूं कुदरत विखावांगे। उन्हें लिया के घरों बीज बीजता बाबे नानक जी के कहण ते। दूजे दिन तड़के कहा तो धरती हरी भरी हुई पई सी, फसल उगरी पई सी। फिर पिंड वाले आके पैरी पए सीगे, कहते जी साडे खेतां विच भी उगाओ। कहते मैं रोज़ रोज़ कित्थे उगाऊंगा, तुसीं करतार नाल जुड़ो, अरदास करिया करो। कहते सानूं करनी नहीं आउंदी, नहीं जानते सी बेचारे। आओ कहते आपां अरदास करते हैं, करतार नूं कहने आ। करतार दा कोई स्वरूप, कहते कुदरत विच ही करतार वसिया होया। फिर पातशाह जी ने उन्होंने अरदास करनी सिखाई। उत्थे कड़ा प्रशादी देग बना के सारिਆਂ ਨੂੰ अपने नाल खड़े करके अरदास की। काम तो उन्होंने आप ही करना सीगा, पर जे आप सीधा ही करते करामात नाल, फिर दुनिया कहनी वो यही रब है। वो कहते सी मेरे नाल नहीं जुड़ना, तुहानूं ओहदे नाल जुड़ूंगा जिहड़ा हमेशा रहने वाला है। कहो सतनाम सी। इस करके उन्होंने अरदास का सिस्टम चलाया। गुरु अर्जन देव जी अपने घर आपे ही पुत्र की दात दे सकते सीगे, कोई वड्डी गल नहीं, पर उन्होंने बाबे बुढ़े तो अरदास करा के सिखां विच अरदास का चलन चलाया। कहो सतनाम सी। मैं गुरु अगे अरदास करो तुहाडे कारज रस होणगे। खैर सतगुरु नानक देव महाराज जी ने फिर कहा जदों मींह पैंदा है तो जीवां दे अंदर प्राण पैंदे आ। पानी दे विच साडी जान है, पानी पिता है जगत का। जिहड़ा साडा प्यो है सानू खाना भोजन प्रशादे सब बाहरों समान लिया के दिंदा, प्यो लिया के दिंदा ना। पर प्यो कित्थों लियाऊगा जे पानी ना आया तो। कोई सतनाम। जे मींह ना होया फसलां ना होईयां फिर प्यो कित्थों लियाऊगा। तां ते ये पानी उदों वड्डा प्यो है। पानी पिता है जगत का। फिर पानी सब खाए तो पानी तो पैदा हुई कणक खाने आ, पानी तो पैदा हुई कपाह के कपड़े पहनते आ, पानी तो पैदा होया गुड़ खाने आ। ये सारी पानी की करामात हैगी है। बाबा जी कहते फिर इन्हां सिर घुत्थियां नूं मेरी गल चंगी क्यों नहीं लगी बई। सिर घुत्थे शैतानी, इन्हां अंदर शैतान वसिया होया। असल विच इन्हां अंदर भगवान नहीं हैगा। इन्हां गल ना भाणी। बाबा जी अगे कहते वुठै अन्न कमाद कपाहां सब से पड़दा होवे। मींह पैंदा है, अनाज पैदा होंदा है, अनेकां तरह दीयां फसलां पैदा होंदियां, कमाद पैदा होंदा है पानी नाल, कपाह पैदा होंदी है पानी नाल। उस कपाह तो अगे चल के मनुखता ने कपड़ा तैयार कर लिया। पहलां खद्दर पाउंदे सी, हुण तां कई तरह के कपड़े बन गए। दिनों दिन तरक्की की लोगों ने। चलो सब सह पर्दा होवे, साडे शरीरां दा पर्दा बन गया, कपड़ा बन गया। ये भी तो पानी की करामात है ना। मूल तो साडा पानी है ना, साडा जन्म भी पानी तो होया। कोई सतनाम। साचे ते पवना पया, पवना ते जल होए, जल ते त्रै भवन साजे, घट घट जोत समोए। बाबा जी अगे कहते वुठै अन्न कमाद कपाहां सब से पड़दा होवे। वुठै घाहो चरे नित सुरही। सुरही कहते अपने गऊ नूं, गां नूं। हुण कहते वुठै वारखा हुई, धरती ते घाह फूस पैदा होया। जो धरती ते घाह पैदा होया तो आ गऊआं ने खाधा घाह। देखो पानी कित्थों तक जांदा साडे नाल। अज लोग कहते हैं पानी की बूंद बूंद बचाओ। बाबे नानक ने 600 550 साल पहला कहता कि पानी साडा प्यो है, सांभ के रखो। कोई सतनाम। की कहते ये पानी पिया, वर्षिया, मीह पिया, फसलां होईयां, मनुखता दी जीवन मिलिया, घाह होया, ते पशुआं नूं जीवन मिलिया। पशुआं नूं जीवन ही नहीं होर भी बहुत कुछ होया। वुठै घाहो चरे नित सुरही। गंगा घाह, अपना गऊ घाह खांदी आ। सातहन दही बिलोवै, फिर दुध दिंदी आ। देखो पानी की करामात देखो। हुण अगे कहंदे गऊ घाह खांदी आ, फिर वो दुध दिंदी आ। सुआणी इस्त्री उन्होंने दुध नूं जमा के दही बना लैंदी आ। दही रिड़कदी आ, दही चों मखनी घ्यो कढ लैंदी आ। वो घ्यो कित्थे पैंदा? धर्म दे कर जांदे।
खंड जोत चलती है, कई थावां ते अजे भी चलती है, अपने भी चलती है, किला साहब उपर शहीदां दे स्थानां ते चलती है, गुरु तेग बहादुर जी के जिन्ने स्थान है उत्थे जोत चलती है। कड़ा प्रशाद बनता है, घ्यो पैंदा, ये भी तो पानी तो बनिया कुछ। जे मीह ना पैंदा, फसल ना होंदी, गऊआं दुध ना दिंदियां, मझां दुध ना दिंदियां, फिर घ्यो कित्थों बनदा। बाबा जी तो बहुत ही डूंघे जा रहे न। कहते देखो उठै घाओ चरै नित सुरही, सा धन दही बिलोवै तित घे। उस तो घ्यो बनिया, घ्यो तो होम, हिंदू मत विच होम किया जाता, जग जग किए जाते। पंजवा पाया घिटता होआ पाक पवित्र, जिन्ना चिर घ्यो नहीं पैंदा भोजन पवित्र नहीं हुंदा। कहते पंजवा घ्यो पै गया देसी गऊआं दा मझां दा, ते भोजन खाण योग हो गया, पवित्र हो गया, स्वादला हो गया। किथे मूर्ख है, ये पानी तो भजदे आ। ये जैनी लोग नहा के राजी नहीं, पानी नूं वरत के राजी नहीं, फिर पींदे क्यों आ? जान उन्हां दी भी पानी विच है, पर ओह कहंदे नहीं ऐसी जीवां दी हत्या नहीं करनी, पानी च वड़ गए ते जीव मर जाणगे। ये शैतानां वाली गल है। एक साध दा चेला सीगा, साध दा चेला, साध कहन लग्या पुੱਤ ऐं कर, तू लकड़ां लोकड़ां ले आ ते आपां जिहड़ा भोजन बना लईए, छक लांगे। वो कहंदा बाबा जी जे मैं लकड़ां लैण गया तुहाडे कन्नै पिੱਠ हो जू मेरी, ये तो बहुत वड्डा पाप हो जूगा। नहीं मैं ये पाप नहीं कर सकता, मतलब बहाना बनाता। कई बीबियां नूं कहने बच्चे दे केस रख लो, वो बहाना की बनाउंदियां, बाबा जी दे खुरक पै जाती है, तो फिर बीबियां दे क्यों नहीं पई खुरक? बई खुरक का इलाज हो सकता है, केस कट्टना इलाज नहीं। केस कट्टण तो बाद भी खुरक पै सकती है, फिर भी तो इलाज करवाना पौना, केस रख के इलाज करा लो। खैर अगे चल गए आपां, उन्हें बहाना जिहा बनाता, कहना बाबा जी तुहाडे कन्नै पिੱਠ हो जूगी। चलो साधु ने भाई पता सी भी ये बंदा आलसी है, इन्हें बहाना बना के जवाब देता। लकड़ां आ गई, मीह पैन लग पिया, बारिश होने लग पई। वो साधु कहन लगे पुੱਤ कोठा चाउण लगे अपना, उत्ते मिट्टी पा के आ। ना ना बाबा जी तुसीं थल्ले बैठे हो, मैं उत्ते चढ़ के मिट्टी पाउण जावां ते बहुत वड्डा पाप है। कोई सतनाम सिर घुੱਥੇ शैतानी है, शैतानां वालियां गल्लां, ਇਹਦਾ पाप हो जूगा। मैं नहीं कोठे ते चढ़दा, ना जी ना, ਤੁਹਾਡੇ उत्ते चढ़ूंगा मैं। ਹੁਣ ਜੇ ਇੱਥੇ ਦਰਬਾਰ ਸਾਹਿਬ ਪ੍ਰਕਾਸ਼ ਹੈ, ਉੱਤੋਂ ਛੱਤ ਚਾਉਣ ਲੱਗ ਜੇ, ਠੀਕ ਤਾਂ ਕਰਨੀ ਚਾਹੀਦੀ ਹੈ ना। सुखासन कर लांगे, महाराज ने साइड ते कर लांगे। वो कहता जी नहीं ये तो चंगा नहीं है। देखिया भी बंदा बहुत शैतान है, इन्ना गल ना पानी। बाबा नानक भी कहता इहो जे शैतान लोग ऐ शैतानियां करके आलस करते हैं। अखीर समा आया प्रशादा बनाउण दा, साधु ने प्रशादा पानी तैयार कर लिया। दयालु होंदे, कहना आ जा पुੱਤ रोटी खा ला। कहना बाबा जी मैं थोड़े 2 वचन पहला मोड़ते, हुण तीजा भी मोड़ता तो फिर बहुत माड़ी गल है, रोटी खा लेना। कहो सतनाम रोटी खा ली। तो इस करके बाबा जी इन्हां जैनियां नूं कहंदे शैतानी है, इन्हां दे मन 'च शैतान वसिया होया, ये नहाउंदे नहीं हैगे, ये गलत है, ये आप तां बिगड़े आ, लोकां नूं भी बिगाड़दे आ। हाँ पानी की करता है, पानी मीह पिया, फसलां होईयां, घाह फूस होया, पशुआं ने खाधा, पशुआं ने दुध दिता। उठै घाओ चरै नित सुरही, सा धन दही बिलोवै तित घे। उस तो घ्यो पैदा होया, ਉਹਦੇ ਨਾਲ घ्यो ਨਾਲ धर्म ਦੇ ਕੰਮ ਹੁੰਦੇ ਆ, होम जग पूजा ਪਿਆ ਕਾਰਜ सो है, ਉਹ ਕੰਮ ਵਧੀਆ ਹੋ ਜਾਂਦੇ ਆ। ਜਦੋਂ ਉਹ ਦੇਸੀ ਘਿਓ ਵਰਤਿਆ ਜਾਂਦਾ ਹੈ, ਉਹ ਵੀ ਪਾਣੀ ਦੇ ਕਾਰਨ ਹੀ ਹੈ। ਪਾਣੀ ਨਾ ਹੁੰਦਾ ਤੇ ਦੁੱਧ ਨਹੀਂ ਆਉਣਾ ਸੀ, ਦੁੱਧ ਨਾ ਹੁੰਦਾ ਤਾਂ ਘਿਓ ਨਹੀਂ ਬਣਨਾ ਸੀ। गुरु समुंद नदी सब सिखी, नहाता जित वड़ियाई। नहाना चाहिए। जिस तरह समुद्र में जाके नदियां मिलदियां हन, वो भी समुद्र हो जांदियां। सिखो जेड़े सिख सिक्खी नूं धारण करके अमृत वेले उठ के इशनान करते हैं, वो गुरु समुद्र विच मिल जाते हैं। को सतनाम गुर सागर रत्नी भरपूरे। ये गुरु ग्रंथ साहिब जी महाराज गुरु रूप ये सागर स्वरूप है। ये शब्दां दे रतन रखे हुए न, जे तुसी कढ़ने तो कढ़ सकते हो। को सतनाम सी, आपां कढ़ रहे हैं जिन्नी क आपां नूं समत बख्शी है।
गुर सागर रत्नी भरपूरे, अमृत संत चुगै नहीं दूरे। हर रस चोग चुगै प्रभावै, सरवर मैं हंस प्राण पति पावै। ਇਹਦੇ ਵਿੱਚੋਂ ਹੀ ਪ੍ਰਾਣਾਂ ਦਾ ਪਤੀ ਰੱਬ ਮਿਲ ਸਕਦਾ ਬਾਣੀ ਚੋਂ। ਦੂਜੇ ਪਾਸੇ ਮਨਮੁਖ ਦੀ ਗੱਲ ਕਰਦੇ ਆ ਬਗਲਾ ਕਹਿ ਕੇ, ਗੁਰਮੁਖ ਨੂੰ ਹੰਸ ਕਹਿ ਕੇ ਗੱਲ ਕਰਦੇ ਆ, ਉਹਨੂੰ ਬਗਲਾ ਕਹਿ ਕੇ। ਕਿਆ ਬਗ ਬੱਪੜਾ ਛਪੜੀ ਨਹਾਏ, ਬਗਲੇ ਜਿਹੜੇ ਛਪੜਾਂ ਤੁਰੇ ਫਿਰਦੇ ਆ, ਭਾਵ ਐਵੇਂ ਭਟਕਦੇ ਫਿਰਦੇ ਆ ਲੋਕ। ਕੀਚੜ ਡੂਬੇ ਮੈਲ ਨਾ ਜਾਏ, ਉੱਥੋਂ ਗੰਦਗੀ ਹੀ ਲੱਗਦੀ ਹੈ, ਮੈਲਾ ਹੀ ਲੱਗਦਾ ਹੈ। ऐसा ही वो जैनियां दा पंथ सीगा। बाबे नानक दे समय कहन लगे गुरु समुंदर है, गुरु विच मिलने वास्ते नदियां दी न्याई अपने आप नूं भी ओहे जिहा बनाना पो। गुरु भी पानी है, समुंदर भी पानी है, नदियां भी पानी है। नदियां नालियां का जल जाए, पावै विच सुरसरी, सुरसरी मिलत पवित्र हो जाए। सुरसरी गंगा नूं कहंदे आ। उत्थे हरिद्वार भी मींह पैंदा होना है ना, ਜਦੋਂ ਮੀਂਹ ਪੈਂਦਾ ਗਲੀਆਂ ਦੇ ਵਿੱਚੋਂ ਪਾਣੀ ਇਕੱਠਾ ਹੋ ਕੇ ਜਾ ਕੇ ਗੰਗਾ ਦਰਿਆ 'ਚ ਵੜ ਜਾਂਦਾ। ਹੁਣ ਉਸ ਪਾਣੀ ਨੂੰ ਕੋਈ ਗਲੀਆਂ ਨਾਲੀਆਂ ਟੋਭਿਆਂ ਦਾ ਪਾਣੀ ਨਹੀਂ ਕਹਿੰਦਾ, ਉਹਨੂੰ ਵੀ ਗੰਗਾ ਹੀ ਕਹਿੰਦੇ ਆ ਲੋਕ। ਕੋਈ ਸਤਨਾਮ ਗੁਰੂ ਸਮੁੰਦਰ, ਗੁਰੂ ਸਾਡਾ ਸਾਗਰ ਹੈ। ਨਦੀ ਸਭ ਸਿੱਖੀ, ਆਪਾਂ ਨਦੀਆਂ ਹਾਂ। ਨਹਾਤਾ ਜਿਤ ਵਡਿਆਈ, ਪਾਣੀ ਵਰਤਣਾ ਚਾਹੀਦਾ। ਤਿੰਨਾਂ ਦਰਿਆਵਾਂ ਸਿਓ ਦੋਸਤੀ, ਜਿਨ ਮਨ ਮੁਖ ਸੱਚਾ ਨਾਓ। ਨਹਾਤਾ ਜਿਤ ਵਡਿਆਈ, ਨਾਨਕ ਜੇ ਸਿਰ ਘੁੱਥੇ ਨਹਾਵਣ ਨਾਹੀ। ਸਿਰ ਘੁੱਥੇ, ਸਿਰੋਂ ਪਰਮੇਸ਼ਰ ਤੋਂ ਧੁਰੋਂ ਹੀ ਇਹ ਵਿਗੜੇ ਹੋਏ, ਪਰਮਾਤਮਾ ਤੋਂ ਵਿਛੜੇ ਹੋਏ ਜੇ ਇਹ ਨਹੀਂ ਨਹਾਉਂਦੇ। ਤੇ ਪਾਤਸ਼ਾਹ ਜੀ ਕਹਿੰਦੇ ਨਾਨਕ ਜੇ ਸਿਰ ਘੁੱਥੇ ਨਹਾਵਣ ਨਾਹੀ। ਇਹ ਸਰੇਵੜੇ, ਇਹ ਜੈਨੀ ਜੇ ਇਸ਼ਨਾਨ ਨਹੀਂ ਕਰਦੇ ਤਾਂ ਜੇ ਸਿਰ ਘੁੱਥੇ ਨਹਾਵਣ ਨਾਹੀ। ਸੱਤ ਚੱਟੇ ਸਿਰ ਛਾਈ, ਇਹਨਾਂ ਦੇ ਅੰਦਰੋਂ ਸੱਚ ਉੱਡ ਗਿਆ, ਇਹਨਾਂ ਦੇ ਸਿਰ ਵਿੱਚ ਛਾਈ ਭਾਵ ਸਵਾਹ ਪੈਣੀ ਹੈ। ਨਹੀਂ ਨਹਾਵਾਂਗੇ ਤੇ ਧੂੜ ਰੇਤਾ ਗੱਟੀ ਮਿਰਤਾ ਸਾਡੇ ਤੇ ਪਊਗਾ ਨਾ, ਨਹਾਤਿਆਂ ਹੀ ਲੈਂਦਾ। ਨਹੀਂ ਨਹਾਉਣਗੇ ਤਾਂ ਫਿਰ ਸਿਰ 'ਚ ਸਵਾਹੀ ਪੈਣੀ ਆ। ਕਹੋ ਸਤਨਾਮ। ਪਾਤਸ਼ਾਹ ਕਹਿੰਦੇ ਜੇ ਸਿਰ ਘੁੱਥੇ ਨਹਾਵਣ, ਨਾਨਕ ਜੇ ਸਿਰ ਘੁੱਥੇ ਨਹਾਵਣ ਨਾਹੀ ਤਾਂ ਸੱਤ ਚੱਟੇ ਸਿਰ ਛਾਈ। ਇਹਨਾਂ ਦੇ ਹੱਥ ਵਿੱਚ ਚੱਟੇ ਭਾਵ ਠੂਠੇ ਨੂੰ ਕਹਿੰਦੇ ਆ। ਚੱਟੂ ਠੋਟਾ ਪਹਿਲਾਂ ਲੱਕੜ ਦੇ ਹੁੰਦੇ ਸੀਗੇ, ਫਿਰ ਮਿੱਟੀ ਦੇ ਬਣ ਗਏ, ਅੱਜ ਲੋਹੇ ਦੇ ਬਣ ਗਏ, ਸਟੀਲ ਦੇ ਬਣ ਗਏ। ਇਹਨਾਂ ਦੇ ਹੱਥ ਵਿੱਚ ਠੂਠਾ ਹੈ। ਜਿਹੋ ਜਿਹਾ ਠੂਠਾ ਸਵਾਹ ਦਾ ਭਰ ਕੇ ਇਹਨਾਂ ਦੇ ਸਿਰ ਵਿੱਚ ਪਾਉਣਾ ਕਰੀਏ, ਭਾਵ ਇਹਨਾਂ ਨੇ ਪਹਿਲਾਂ ਹੀ ਆਪਣੇ ਸਿਰ ਵਿੱਚ ਸਵਾਹ ਪਾਈ ਹੋਈ ਹੈ। ਮੈਂ ਨਹੀਂ ਇਹਨਾਂ ਨੂੰ ਮੰਨਦਾ। ਤਾਂ ਮੁਨਾਫਕ ਦੇਸ਼ ਦੇ ਲੋਕਾਂ ਨੂੰ ਪਾਤਸ਼ਾਹ ਨੇ ਗਿਆਨ ਦਿੱਤਾ ਕਿ ਮਨੁੱਖ ਨੂੰ ਅਕਾਲ ਪੁਰਖ ਨਾਲ ਜੁੜਨਾ ਚਾਹੀਦਾ ਹੈ, ਇਸ਼ਨਾਨ ਪਾਣੀ ਕਰਨਾ ਚਾਹੀਦਾ, ਸਰੀਰ ਸਾਫ਼ ਰੱਖਣਾ ਚਾਹੀਦਾ ਹੈ, ਔਰ ਨਹਾ ਧੋ ਕੇ ਫਿਰ ਨਾਮ ਜਪ ਕੇ ਆਪਣੇ ਆਤਮੇ ਨੂੰ ਵੀ ਸਾਫ਼ ਕਰਨਾ ਚਾਹੀਦਾ। ਇਹ ਜ਼ਰੂਰੀ ਆ। ਇਹ ਸੀ ਪਵਿੱਤਰ ਸ਼ਬਦ ਦੇ ਵਿਚਾਰ। ਅਗਲਾ ਸ਼ਬਦ ਚੱਲ ਪਿਆ ਹੈ ਮਹੱਲਾ ਦੂਜਾ। ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ। ਇਹ ਸ਼ਬਦ ਦੇ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮਾਪਤੀ ਵੱਲ ਜਾ ਰਹੇ ਆ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।